ਨਾਨਕ ਕਚੜਿਆਂ ਸੋ ਤੋੜ, ਢੋੜ ਸੱਜਣ ਸੰਤ ਪੱਕਿਆ। ਪਰਮੇਸ਼ਰ ਦੀ ਆਰਾਧਨਾ ਕਰਦਾ ਹੋਇਆ ਮਹਾਂਪੁਰਖ ਮੁਕਤੀ ਦੇ ਪੌਦੇ ਨੂੰ ਨਾਮ ਦੇ ਪਾਣੀ ਨਾਲ ਸਿੰਜਦਾ ਹੋਇਆ ਫਲ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਂਦਾ ਹੈ ਅਤੇ ਇਹ ਰਾਸਤਾ ਨਾਮ ਫਲ ਦੀ ਮਿਠਾਸ ਦੇ ਸਵਾਦ ਨਾਲ ਤ੍ਰਿਪਤ ਹੋ ਕੇ ਆਨੰਦਮਈ ਧਾਰਾ ਵਿੱਚ ਵਹਿ ਤੁਰਦੀ ਹੋਈ ਦਰਿਆ ਦੇ ਪਾਣੀ ਦੀ ਤਰ੍ਹਾਂ ਅਥਾਹ ਗਹਿਰਾਈ ਵਾਲੇ ਨਿਰੰਕਾਰੀ ਸਮੁੰਦਰ ਵਿੱਚ ਜਾ ਮਿਲਦੀ ਹੈ। ਇਹੋ ਜਿਹੀ ਪੂਰਨ ਅਵਸਥਾ ਸ੍ਰੇਸ਼ਟ ਬੁੱਧੀ ਅਤੇ ਸਹਿਨਸ਼ੀਲਤਾ ਵਾਲੀ ਜੋਤ ਹੀ ਪਰਮੇਸ਼ਰ ਨਾਲ ਮਿਲਾਪ ਦੀ ਮੰਜ਼ਿਲ ਦਿਖਾ ਸਕਦੀ ਹੈ। ਨਹੀਂ ਤਾਂ ਭੇਖਧਾਰੀ ਪਖੰਡੀ ਬੰਦਾ ਉਸ ਦੀ ਮੰਜ਼ਿਲ ਦਾ ਰਾਸਤਾ ਦੇਖਣ ਵਾਲੀ ਅੱਖ ਵੀ ਨਹੀਂ ਬਣਾ ਸਕਦਾ। ਗੁਰੂ ਸਾਹਿਬ ਦਾ ਫਰਮਾਨ ਹੈ ਕਿ ਇਹੋ ਜਿਹੇ ਕਚੜਿਆਂ ਸੰਗ ਨਿਹੁ ਨਾ ਲਗਾ ਤੋੜਦੇ। ਉਸ ਸੰਤ ਦੀ ਭਾਲ ਕਰ ਜੋ ਰਹਿਮਤ ਦੀ ਭੀਖ ਦੇਣ ਦੀ ਸ਼ਕਤੀ ਪ੍ਰਤੀ ਨਿਪੁੰਨ ਹੋਵੇ। ਨਿਰੰਕਾਰੀ ਜੋਤ ਨਾਲ ਅਭੇਦ ਮਹਾਂਪੁਰਖਾਂ ਦਾ ਕਥਨ ਹੈ ਕਿ ਪੁੰਨਾਂ ਦੇ ਵਧਣ ਨਾਲ ਈਸ਼ਵਰ ਦਾ ਜਸ ਕਰਨ ਵਾਲਿਆਂ ਦੀ ਸੰਗਤ ਮਿਲਦੀ ਹੈ। ਪਾਪਾਂ ਦੀ ਬਦੌਲਤ ਸ਼ੈਤਾਨ ਦੀ ਉਪਜ ਹੁੰਦੀ ਹੈ। ਸਾਧ ਸੰਗਤ ਦਾ ਮਿਲਾਪ ਮਾਨ ਬਖਸ਼ਦਾ ਹੈ। ਜਿਸ ਨੇ ਨੀਂਹ ਹੀ ਨਹੀਂ ਰੱਖੀ ਮੰਜ਼ਲਾਂ ਕਿਵੇਂ ਬਣਨਗੀਆਂ। ਨਾਮ ਦਾ ਪੌਦਾ ਹੀ ਨਹੀਂ ਲਾਇਆ ਫਲ ਦੀ ਲਾਲਸਾ ਕਿਵੇਂ ਬੁੱਝੇਗੀ। ਸਾਧ ਸੰਗਤ ਵਿੱਚ ਜੁੜ ਕੇ ਨਾਮ ਸਿਮਰਨ ਦੀ ਜੁਗਤੀ ਦਾ ਪੌਦਾ ਲਾਇਆ ਹੋਇਆ ਹੀ ਸ਼ਰਧਾ ਦੇ ਪਾਣੀ ਨਾਲ ਤ੍ਰਿਪਤ ਹੋ ਕੇ ਨਾਮ ਰਸ ਦੇ ਭਰੇ ਮੁਕਤੀ ਫਲ ਲਿਆਵੇਗਾ। ਵਿਦਿਆ ਦੀ ਪਹਿਲੀ ਜਮਾਤ ਅੰਦਰ ਦਾਖਲਾ ਲੈ ਕੇ ਵਿਦਿਆਰਥੀ ਡਿਗਰੀਆਂ ਪ੍ਰਾਪਤ ਕਰਦਾ ਹੈ। ਜੇ ਦਾਖਲਾ ਹੀ ਨਾ ਲਿਆ ਤਾਂ ਡਿਗਰੀ ਕਿੱਥੋਂ। ਦੁਨਿਆਵੀ ਡਿਗਰੀਆਂ ਦੀ ਤਰ੍ਹਾਂ ਪਰਮਾਰਥ ਦੀ ਵਿਦਿਆ ਪੜ੍ਹਨ ਸਾਧ ਸੰਗਤ ਕਰਨ ਸਦਕਾ ਪ੍ਰਾਪਤ ਹੁੰਦੀ ਹੈ। ਪਰਮਾਰਥ ਦੀ ਵਿਦਿਆ ਪੜ੍ਹਨ ਵਾਲਾ ਜਿਗਿਆਸੂ ਮਿਹਨਤ ਕਰਕੇ ਆਤਮਿਕ ਬਲ ਨਾਲ ਪਰਮ ਪਦਵੀ ਪਾ ਲੈਂਦਾ ਹੈ। ਪੂਰਬਲੇ ਪੁੰਨਾਂ ਸਦਕਾ ਹੀ ਪ੍ਰਭੂ ਆਪ ਸਿਮਰਨ ਲਈ ਪ੍ਰੇਰਦਾ ਹੈ। ਸੰਸਾਰੀ ਜੀਵਨ ਅੰਦਰ ਵਿਚਰਦਾ ਇਨਸਾਨ ਸੁਖਦਾਈ ਅਵਸਥਾ ਵਿੱਚ ਪਰਮੇਸ਼ਰ ਦੀ ਕਰਨੀ ਨੂੰ ਅੱਖੋਂ ਪਰੋਖੇ ਕਰਕੇ ਹਰਨਾਕਸ਼ ਰੂਪ ਹੋ ਜਾਂਦਾ ਹੈ। ਇਹੋ ਜਿਹੇ ਜੀਵ ਅਹੰਕਾਰੀ ਜੀਵ ਨੂੰ ਫਿਰ ਪ੍ਰਭੂ ਆਪ ਬੁਲਾਵੇ ਭੇਜਦਾ ਹੈ। ਮੈਲ ਸਿੰਘਾਂ ਵਿੱਚ ਆਖੀਐ ਭਾਈ ਭਗੀਰਥ ਕਾਲੀ ਗੁਣ ਗਾਵੇ। ਇਸੇ ਤਰ੍ਹਾਂ ਹਜ਼ੂਰ ਬਾਬਾ ਜੀ ਦੀ ਸੇਵਾ ਵਿੱਚ ਇੱਕ ਮਹਾਂਪੁਰਖ ਰਹੇ ਸਨ ਜਿਨ੍ਹਾਂ ਨੂੰ ਸੰਤ ਅਚਿੰਤ ਰਾਮ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਆਪ ਜੀ ਦਾ ਜਨਮ ਬ੍ਰਾਹਮਣ ਪਰਿਵਾਰ ਵਿੱਚ ਇੱਕ ਪਿੰਡ ਠੇਕਰੀਵਾਲਾ ਵਿੱਚ ਹੋਇਆ ਸੀ। ਸੇਵਾ ਸਿੰਘ ਠੇਕਰੀਵਾਲਾ ਦਾ ਪਿੰਡ ਉਸ ਸਮੇਂ ਇਹ ਪਟਿਆਲਾ ਰਿਆਸਤ ਵਿੱਚ ਸੀ। ਸ਼ਾਂਤ ਸੁਭਾਅ, ਦ੍ਰਿੜ ਇਰਾਦੇ ਵਾਲੇ, ਸਿਮਰਨ ਭਗਤੀ ਭਾਵਨਾ ਤੇ ਉਪਾਸਨਾ ਦੇ ਧਨੀ ਮਹਾਤਮਾ ਸਨ। ਕਈ ਘੰਟੇ ਸਮਾਧੀ ਸਥਿਤ ਰਹਿ ਕੇ ਸ਼ਿਵ ਜੀ ਮਹਾਰਾਜ ਦੀ ਉਪਾਸਨਾ ਕਰਦੇ ਸਨ। ਮੰਦਰ ਵਿੱਚ ਆਰਤੀ ਕਰਨੀ, ਸੇਵਾ ਕਰਨੀ ਰੋਜ਼ ਦਾ ਪ੍ਰਣ ਸੀ। ਉਪਾਸਨਾ ਉਪਰੰਤ ਇੱਕ ਦਿਨ ਸ਼ਿਵ ਜੀ ਦੇ ਸਥਾਨ 'ਤੇ ਬਹੁਤ ਭਾਰੀ ਸਰਪ ਦਿਖਾਈ ਦਿੱਤਾ। ਆਪ ਨੇ ਸਿਮਰਨ ਨਹੀਂ ਛੱਡਿਆ। ਫਿਰ ਇੱਕ ਦਿਨ ਸ਼ਿਵ ਜੀ ਮਹਾਰਾਜ ਦੇ ਪ੍ਰਤੱਖ ਦਰਸ਼ਨ ਹੋਏ ਤੇ ਆਪ ਨੂੰ ਆਵਾਜ਼ ਆਈ ਵਰੂ ਬੂਹ ਭਾਵ ਕੁਝ ਮੰਗ ਲਓ। 3 ਵਾਰ ਇਹੀ ਆਵਾਜ਼ ਆਈ ਪਰ ਆਪ ਜੀ ਦੇ ਮੁਖ ਤੋਂ ਕੋਈ ਜਵਾਬ ਨਾ ਨਿਕਲਿਆ। ਅਡੋਲ ਖੜੇ ਦੇਖਦੇ ਰਹੇ। ਆਖਰੀ ਬਚਨ ਹੋਇਆ ਕਿਸੇ ਮਹਾਂਪੁਰਖ ਦੀ ਸੰਗਤ ਕਰੋ। ਬਚਨ ਉਪਰੰਤ ਸ਼ੰਕਰ ਜੀ ਅਲੋਪ ਹੋ ਗਏ। ਆਪਣੇ ਆਪ ਨਾਲ ਮਿਲਾਪ ਦੀ ਵਿਧੀ ਨਿਰੰਕਾਰ ਆਪ ਬਣਾ ਦਿੰਦਾ ਹੈ। ਅਚਿੰਤ ਰਾਮ ਜੀ ਆਪਣੀ ਬਰਾਦਰੀ ਅੰਦਰ ਕਿਸੇ ਲੜਕੇ ਦੀ ਜੰਝ ਵਿੱਚ ਸ਼ਾਮਿਲ ਹੋ ਕੇ ਸੇਮੇ ਨਗਰ ਵਿੱਚ ਪਹੁੰਚੇ ਤਾਂ ਆਪ ਜੀ ਦੇ ਕੰਨੀ ਬਾਬਾ ਜੀ ਦੀ ਉਸਤਤ ਪਈ। ਬੜੀ ਉਤਸੁਕਤਾ ਨਾਲ ਬਾਬਾ ਜੀ ਦੀ ਉਸਤਤ ਸੁਣੀ ਤੇ ਦਰਸ਼ਨਾਂ ਲਈ ਵਿਆਕੁਲ ਹੋ ਉੱਠੇ ਕਿ ਕਿਹੜੇ ਸਮੇਂ ਮਹਾਂਪੁਰਖਾਂ ਦੇ ਦਰਸ਼ਨ ਹੋਣ। ਪੁੱਚੋ ਕਲਾਂ ਵੱਲ ਨੂੰ ਚੱਲ ਪਏ। ਜਾਂਝੀਆਂ ਵਾਲੇ ਸੋਹਣੇ ਕੱਪੜੇ
ਗਲ ਵਿੱਚ ਕੈਂਠਾ, ਸੋਨੇ ਦਾ ਤਿੱਲੇ ਵਾਲੀ ਜੁੱਤੀ, ਜਵਾਨ ਅਵਸਥਾ ਦਰਸ਼ਨ ਕਰਨ ਲਈ ਹੁਕਮ ਅਨੁਸਾਰ ਹਜ਼ੂਰ ਦੇ ਸਾਹਮਣੇ ਆਏ। ਨਮਸਕਾਰ ਕਰਕੇ ਬੈਠਣ ਲੱਗੇ। ਆਪਣੇ ਆਪ ਹੀ ਬੋਲ ਪਏ ਕਿ ਮਹਾਰਾਜ, ਮੈਂ ਆ ਗਿਆ ਹਾਂ। ਹਜ਼ੂਰ ਨੇ ਥੋੜ੍ਹਾ ਮੁਸਕਰਾ ਕੇ ਕਿਹਾ, ਅਜੇ ਤਾਂ ਜੰਝਾਂ ਵੇਖਦਾ, ਮਠਿਆਈਆਂ ਖਾਂਦਾ ਫਿਰਦਾ ਹੈ। ਜਦੋਂ ਸਾਡਾ ਬਣ ਕੇ ਆਵੇਂਗਾ ਉਸ ਸਮੇਂ ਦੇਖਾਂਗਾ। ਅਚਿੰਤ ਰਾਮ ਜੀ ਮੱਥਾ ਟੇਕ ਕੇ ਵਾਪਸ ਚਲੇ ਗਏ, ਪਰ ਮਨ ਇੱਥੇ ਹੀ ਛੱਡ ਗਏ, ਕਿਉਂਕਿ ਰਮਜ ਪਛਾਣਨ ਵਿੱਚ ਦੇਰ ਨਾ ਲੱਗੀ। ਘਰ ਪਰਤੇ ਅਤੇ ਕੱਪੜੇ ਬਦਲੇ ਅਤੇ ਉਸੇ ਸਮੇਂ ਹੀ ਵਾਪਸ ਹੋ ਗਏ। ਬਾਬਾ ਜੀ ਦੇ ਚਰਨਾਂ ਵਿੱਚ ਆ ਕੇ ਫਿਰ ਦਸਤਕ ਦਿੱਤੀ। ਹਜ਼ੂਰ ਬਹੁਤ ਪ੍ਰਸੰਨ ਹੋਏ ਅਤੇ ਮਰਿਆਦਾ ਅਨੁਸਾਰ ਸਾਰੀ ਸ਼ਰਾਂ ਕੀਤੀ। ਸ਼ਰਾਂ ਅੰਦਰ ਕਈਆਂ ਜਗ੍ਹਾ 'ਤੇ ਮੱਥਾ ਟਿਕਾਉਂਦੇ, ਲੰਮਾ ਪਾਉਂਦੇ। ਆਪਣੇ ਆਸਣ ਪਿੱਛੇ ਬੜੀ ਥੋੜ੍ਹੀ ਜਿਹੀ ਜਗ੍ਹਾ ਸੀ, ਉਸਨੂੰ ਉਹ ਸ਼ੌਕੀਨ ਘਰ ਆਖਦੇ ਸਨ। ਉੱਥੇ ਲੰਮਾ ਪਾਉਂਦੇ। ਜੇ ਕਿਸੇ ਪੁੱਛਣਾ ਤਾਂ ਆਖਦੇ, ਇੱਥੇ ਬੜੇ ਤਪੱਸਵੀਆਂ ਨੇ ਤਪ ਕੀਤਾ ਹੈ, ਇਹ ਜਗ੍ਹਾ ਪਵਿੱਤਰ ਹੈ। ਆਦਮੀ ਦੇ ਹੱਥ ਘੁੱਟਣੇ ਤੇ ਕਹਿਣਾ, ਤੁਹਾਡੇ ਤੇ ਸਾਡੀ ਮੋਹਰ ਲੱਗ ਜਾਂਦੀ ਹੈ। ਪਰਲੋਕ ਵਿੱਚ ਜਾਓਗੇ ਤਾਂ ਦੇਖ ਕੇ ਤੁਹਾਨੂੰ ਕੋਈ ਕੁਝ ਨਹੀਂ ਕਹੇਗਾ, ਸਿੱਧਾ ਸਾਡੇ ਪਾਸ ਪਹੁੰਚਾ ਦਿੱਤਾ ਜਾਵੇਗਾ। ਫੁਰਮਾਨ ਹੈ, ਰੇ ਰੇ ਦਰਗ ਹੈ ਕਹੇ ਨਾ ਕੋ, ਆਓ ਬੈਠ ਆਦਰ ਸਭ ਦੇਵ। ਸ਼ੌਕੀਨ ਘਰ ਅਤੇ ਆਪਦੇ ਹੱਥਾਂ ਨਾਲ ਕੁੱਟਣ ਦੀ ਸ਼ਰਾਂ ਕਿਸੇ ਕਿਸੇ ਦੀ ਹੀ ਕਰਦੇ ਸਨ। ਸ਼ੌਕੀਨ ਘਰ ਦੀ ਜਗ੍ਹਾ ਬਾਬਾ ਜੀ ਦੇ ਆਸਣ ਪਿੱਛੇ ਸੀ। ਆਮ ਚੀਜ਼ਾਂ ਜਿਵੇਂ ਖੰਡ, ਦੁੱਧ, ਆਟਾ ਦੀ ਸ਼ਰਾਂ ਹਜ਼ੂਰ ਦੇ ਆਸਣ ਦੇ ਅੱਗੇ ਹੁੰਦੀ ਸੀ। ਦੂਜੀ ਸ਼ਰਾਂ ਆਸਣ ਦੇ ਧਰੋਂ ਵਾਲੇ ਪਾਸੇ ਇੱਕ ਥੜਾ, ਜਿਸ ਨੂੰ ਜਰਮਨ ਦਾ ਥੜਾ ਆਖਦੇ ਸਨ, ਉਸ ਉੱਪਰ, ਅਤੇ ਤੀਸਰੀ ਆਸਣ ਤੋਂ ਦੱਖਣ ਵਾਲੇ ਪਾਸੇ ਤੇ ਪੂਰਬ ਵਾਲੇ ਪਾਸੇ ਪੱਕਾ ਥੜਾ, ਜਿਸ ਨੂੰ ਮਾਲਕਾਂ ਦਾ ਥੜਾ ਆਖਦੇ ਸਨ। ਇਹ ਮਰਿਆਦਾ ਅੱਜ ਤੱਕ ਪ੍ਰਚਲਿਤ ਹੈ। ਜਿਸ ਸਮੇਂ ਲੰਗਰ ਬਣ ਕੇ ਆਉਂਦਾ, ਹਜ਼ੂਰ ਉਸ ਦੀ ਸ਼ਰਾਂ ਕਰਵਾਉਂਦੇ। ਟੋਕਰੀ ਵਿੱਚ ਹੀ ਪ੍ਰਸ਼ਾਦੇ ਦੋ ਦੋ ਚੁੱਕ ਕੇ ਖੱਬੇ ਤੋਂ ਸੱਜੇ ਅਤੇ ਸੱਜੇ ਤੋਂ ਖੱਬੇ ਸੇਵਕ ਨੇ ਕਰਨੇ। ਆਪ ਜੀ ਨੇ ਨਿਗਾਹ ਰੱਖਣੀ। ਇਸੇ ਹੀ ਤਰ੍ਹਾਂ ਦਾਲ ਦੀ ਕੜਛੀ ਭਰ ਲੈਣੀ ਤੇ ਖਾਲੀ ਕਰ ਦੇਣੀ। ਕੁਝ ਸਮੇਂ ਬਾਅਦ ਬਚਨ ਕਰਨਾ, ਜਾਓ ਸ਼ੁੱਧ ਹੈ ਵਰਤਾਓ। ਲੰਗਰ ਦੀ ਰੋਟੀ ਅਨਚੋਪੜੀ ਤੇ ਇਕੱਲੇ ਲੂਣ ਵਾਲੀ ਮੂੰਗੀ ਦੀ ਦਾਲ, 4 ਸੇਰ ਆਟਾ ਤੇ 1.25 ਸੇਰ ਮੂੰਗੀ ਦੀ ਦਾਲ ਬਣਦੀ ਸੀ। ਸੰਗਤ ਕਿੰਨੀ ਵੀ ਆ ਜਾਵੇ, ਲੰਗਰ ਅਤੁੱਟ ਵਰਤਦਾ ਸੀ। ਭਰੇ ਭੰਡਾਰ, ਅਤੁੱਟ ਅਤੋਲ ਦਾ ਪ੍ਰਤੱਖ ਦਰਸ਼ਨ ਸੀ। ਲੰਗਰ ਵਿੱਚ ਘਿਓ ਦੀ ਦੇਗ ਬੁੱਧਵਾਰ ਦੇ ਦਿਨ ਬਣਦੀ ਸੀ। ਹੁਕਮ ਹੋਇਆ, ਸਾਲ ਬਾਅਦ 1 ਪਾਈਆ ਰਾਸ਼ਨ ਦੇਗ ਵੱਧ ਜਾਇਆ ਕਰੇਗਾ। ਸੰਤ ਬਾਬਾ ਖੀਮ ਸਿੰਘ ਜੀ ਦੇ ਸਮੇਂ 3-4 ਕੜਾਹੇ ਪ੍ਰਸ਼ਾਦ ਜਾਂ ਚੌਲ ਪਲਾਂ ਵਿੱਚ ਹੀ ਤਿਆਰ ਹੁੰਦੇ ਸਨ, ਤੇ ਹੁਣ ਮੌਜੂਦਾ ਬਾਬਾ ਸੁਖਦੇਵ ਸਿੰਘ ਜੀ ਵੱਲੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹਰ ਰੋਜ਼ ਤੇ ਬੇਅੰਤ ਲੰਗਰ ਟੁੱਟ ਵਰਤਦੇ ਹਨ। ਕਹਿਬੇ ਕੋ ਸੋਭਾ ਨਹੀਂ, ਦੇਖਾਂ ਹੀ ਪ੍ਰਵਾਨ ਵਾਲੀ ਗੱਲ ਹੈ। ਹੁਣ ਸੰਤ ਅਚਿੰਤ ਰਾਮ ਜੀ ਨੂੰ ਗੁਰਮੰਤਰ ਦਾ ਜਾਪ ਕਰਨ ਦੀ ਜੁਗਤੀ ਦਿੱਤੀ। ਗੁਰਮੰਤਰ ਗੁਪਤ ਹੈ। ਉਸ ਗੁਰਮੰਤਰ ਦੀ ਆਰਾਧਨਾ ਦੀ ਮਰਿਆਦਾ ਇਹ ਸੀ ਕਿ ਸਵੇਰੇ ਸੂਰਜ ਚੜ੍ਹਨ ਵੇਲੇ ਉਸ ਵੱਲ ਮੂੰਹ ਕਰਕੇ ਖੜੇ, ਅੰਗ ਨਹੀਂ ਹਿਲਾਉਣਾ, ਅੱਖਾਂ ਖੋਲ੍ਹ ਕੇ ਸੂਰਜ ਵੱਲ ਦੇਖਣਾ, ਪਲਕਾਂ ਨੂੰ ਟਿਕਾ ਕੇ ਰੱਖਣਾ, ਫਰਕਣਾ ਨਹੀਂ। ਜਿਵੇਂ ਜਿਵੇਂ ਸੂਰਜ ਉੱਪਰ ਨੂੰ ਆਵੇ ਉਸੇ ਤਰ੍ਹਾਂ ਦੀ ਨਿਗਾਹ ਰੱਖਣੀ। ਸ਼ਾਮਾਂ ਤੱਕ ਸਰੀਰ ਨੇ ਡਿੱਗ ਪੈਣਾ। ਫਿਰ ਸ਼ਾਮ ਨੂੰ ਹੁਕਮ ਅਨੁਸਾਰ ਜਲ ਪਾਣੀ ਕਰਨਾ। ਅਗਲੇ ਦਿਨ
ਫਿਰ ਇਹੀ ਕਰਮ ਆਰੰਭ ਕਰਨਾ ਕਠਿਨ ਕਮਾਈ ਸੀ। ਗਰਮੀ ਦੀ ਰੁੱਤ ਵਿੱਚ ਸੂਰਜ ਸਾਹਮਣੇ ਸਾਰਾ ਦਿਨ ਖੜੀ ਰਹਿਣਾ। ਮਾਨ ਮੋਹ ਮੇਰ ਤੇਰ ਬੇਵਰਜਤ ਇਹ ਮਾਰਗ ਖੰਡੇ ਤਾਰ। ਖੰਨਿਓ ਤਿੱਖੀ ਵਾਲੂ ਨਿੱਕੀ ਏਤ ਮਾਰਗ ਜਾਣਾ। ਇਸ ਤਰ੍ਹਾਂ ਨਿਰਵਿਘਨ ਸਾਧਨਾ ਚੱਲਦੀ ਰਹੀ। ਸ਼ਾਮ ਨੂੰ ਹਜ਼ੂਰ ਨੇ ਆਤਮਿਕ ਬਲ ਨਾਲ ਸਰੀਰ ਸ਼ਕਤੀ ਬਖਸ਼ਣੀ ਅਤੇ ਸਵੇਰ ਤੋਂ ਫਿਰ ਉਸੇ ਤਰ੍ਹਾਂ ਹੀ ਤਪੱਸਿਆ ਕਰਨੀ। ਖੜੇ ਰਹਿਣ ਨਾਲ ਲੱਤਾਂ ਸੁੱਜ ਜਾਣੀਆਂ, ਕੀੜੀਆਂ ਨੇ ਕੱਟਣਾ, ਪਰ ਆਪ ਜੀ ਨੇ ਅਡੋਲ ਖੜੇ ਰਹਿਣਾ। ਇਰਾਦਾ ਦ੍ਰਿੜ ਸੀ। ਨੀਂਦ ਭੂਖ ਸਭ ਪਰ ਹਰ ਤਿਆਗੀ, ਸੁੰਨੇ ਸੁਨ ਸਮਾਵੈ। ਐਸੀ ਬਿਰਤੀ ਬਣ ਗਈ ਕਿ ਦੇਖਣ ਨੂੰ ਹੋਸ਼ ਵੀ ਨਹੀਂ ਲੱਗਦੀ, ਪਰ ਸਿਮਰਨ ਨਿਰੰਤਰ ਨਿਰਵਿਘਨ ਹੋ ਰਿਹਾ ਸੀ। ਇਹੋ ਜਿਹੇ ਮਨ ਦੀ ਭਾਵਨਾ ਦੀ ਪ੍ਰਕਿਰਤੀ ਨੂੰ ਨਿਰੰਕਾਰੀ ਜੋਤ ਦਾ ਜਿਗਿਆਸੂ ਹੀ ਜਾਣ ਸਕਦਾ ਹੈ। ਤਪੱਸਿਆ ਉਪਰੰਤ ਇੱਕ ਦਿਨ ਹੁਕਮ ਹੋਇਆ, ਅਚਿੰਤ ਰਾਮ ਨੂੰ ਹਾਜ਼ਰ ਕਰੋ। 2 ਸੇਵਕ ਬਾਹਾਂ ਤੋਂ ਫੜ ਕੇ ਲੈ ਕੇ ਆਏ। ਫਿਰ ਹੁਕਮ ਹੋਇਆ, ਇਸ਼ਨਾਨ ਕਰਵਾ ਕੇ ਲਿਆਓ। ਇਸ਼ਨਾਨ ਕਰਨ ਤੋਂ ਬਾਅਦ ਬਾਬਾ ਜੀ ਨੇ ਸਿਰ ਤੋਂ ਪੈਰ ਤੱਕ ਸ਼ਰਾ ਕੀਤੀ। ਇਸ ਸਮੇਂ ਨਿਗਾਹ ਤਕਰੀਬਨ ਬੰਦ ਹੋ ਗਈ ਸੀ ਸੂਰਜ ਵੱਲ ਦੇਖਣ ਕਰਕੇ। ਫਿਰ ਹਜ਼ੂਰ ਨੇ ਦੁਨਿਆਵੀ ਜੋਤ ਨੇਤਰਾਂ ਨੂੰ ਬਖਸ਼ੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼। ਜਿਸ ਸਮੇਂ ਮਹਾਰਾਜ ਜੀ ਸ਼ਰਾ ਕਰ ਰਹੇ ਸਨ ਤਾਂ ਸੰਤ ਅਚਿੰਤ ਰਾਮ ਜੀ ਨੇ ਇੱਕ ਬਚਨ ਕੀਤਾ, ਗੋਪੀਆਂ ਆਈਆਂ ਕਾਨ ਜੀ, ਗੋਪੀਆਂ ਆਈਆਂ। ਇਹੀ ਬਚਨ 3 ਵਾਰ ਕੀਤਾ। ਹਜ਼ੂਰ ਬਾਬਾ ਜੀ ਬਹੁਤ ਪ੍ਰਸੰਨ ਹੋਏ ਤੇ ਬਚਨ ਕੀਤਾ, ਹੁਣ ਇਸ ਨੂੰ ਇੰਦਰ ਦੀਆਂ ਅਪਸਰਾਵਾਂ ਨਗਨ ਹੋ ਕੇ ਭਰਮਾ ਰਹੀਆਂ ਹਨ, ਪਰ ਇਸ ਨੂੰ ਕ੍ਰਿਸ਼ਨ ਦੀਆਂ ਗੋਪੀਆਂ ਦਿਸ ਰਹੀਆਂ ਹਨ। ਹੁਣ ਬਿਰਤੀ ਨਹੀਂ ਡੋਲੇਗੀ। ਅਖੀਰ ਤੱਕ ਸੰਤ ਚਿੰਤ ਰਾਮ ਜੀ ਇਸ ਅਵਸਥਾ ਵਿੱਚ ਰਹੇ।